ਹੈਲੋ ਸਟੂਡੈਂਟਸ, ਅੱਜ ਅਸੀਂ ਕਹਾਣੀ ਪੜ੍ਹਾਂਗੇ ਸਾਂਝੀ ਕੰਧ। ਇਹ ਕਹਾਣੀ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਹੈ। ਇਹ ਦੋ ਭਰਾਵਾਂ ਦੀ ਕਹਾਣੀ ਹੈ, ਜਿਨ੍ਹਾਂ ਵਿੱਚੋਂ ਇੱਕ ਦੂਜਿਆਂ ਦੀ ਚੁੱਕ ਵਿੱਚ ਆ ਕੇ ਆਪਣੇ ਹੀ ਭਰਾ ਦਾ ਦੁਸ਼ਮਣ ਬਣ ਜਾਂਦਾ ਹੈ। ਉਹਨਾਂ ਦੀ ਦੁਸ਼ਮਣੀ ਦੀ ਵਜ੍ਹਾ ਸਾਂਝੀ ਕੰਧ ਹੁੰਦੀ ਹੈ। ਕਪੂਰ ਸਿੰਘ ਨੇ ਆਪਣਾ ਨਵਾਂ ਘਰ ਬਣਾਉਣਾ ਸੀ, ਪਰ ਉਸ ਵਿੱਚ ਇੰਨੀ ਹੈਸੀਅਤ ਨਹੀਂ ਸੀ ਕਿ ਉਹ ਸਾਂਝੀ ਕੰਧ ਨੂੰ ਇਕੱਲਾ ਹੀ ਬਣਵਾ ਲੈਂਦਾ। ਇਸ ਲਈ ਉਸਨੇ ਬੜੀ ਹਲੀਮੀ ਨਾਲ ਭਰਾ ਨਾਲ ਗੱਲ ਕੀਤੀ। ਭਰਾ ਦਰਬਾਰਾ ਬੇਸ਼ੱਕ ਆਪਣੇ ਭਰਾ ਦੀ ਆਰਥਿਕ ਮਜਬੂਰੀ ਤੋਂ ਜਾਣੂ ਸੀ, ਪਰ ਪਿੰਡ ਦੇ ਸਰਪੰਚ ਦੀ ਚੁੱਕ ਕਾਰਨ ਉਹ ਆਪਣੇ ਭਰਾ ਦੀ ਸਲਾਹ ਨਾਲ ਸਹਿਮਤ ਨਾ ਹੋਇਆ। ਉਹ ਸਾਂਝੀ ਕੰਧ ਵਿੱਚ ਹਿੱਸਾ ਵੀ ਨਹੀਂ ਸੀ ਪਾਉਣਾ ਚਾਹੁੰਦਾ ਅਤੇ ਨਾ ਹੀ ਉਸਨੂੰ ਇਕੱਲੇ ਨੂੰ ਕੰਧ ਕੱਢਣ ਦੇਣਾ ਚਾਹੁੰਦਾ ਸੀ। ਥੋੜ੍ਹੀ ਜਿਹੀ ਥਾਂ ਤੋਂ ਗੱਲ ਲੜਾਈ ਝਗੜੇ 'ਤੇ ਪਹੁੰਚ ਕੇ ਐਸੀ ਵਧੀ ਕਿ ਕੰਧ ਤਾਂ ਭਾਵੇਂ ਬਣ ਗਈ, ਪਰ ਭਰਾਵਾਂ ਦੇ ਦਿਲਾਂ ਵਿੱਚ ਕੰਧ ਵਰਗੀਆਂ ਦੂਰੀਆਂ ਪੈਦਾ ਹੋ ਗਈਆਂ। ਕੁਝ ਸਮੇਂ ਬਾਅਦ ਦਰਬਾਰੇ ਦੀ ਬਿਮਾਰੀ ਸੁਣ ਕੇ ਕਪੂਰ ਸਿੰਘ ਉਸ ਕੋਲ ਜਾਂਦਾ ਹੈ ਤਾਂ ਦਰਬਾਰੇ ਨੂੰ ਆਪਣੀ ਕੀਤੀ ਦਾ ਪਛਤਾਵਾ ਹੁੰਦਾ ਹੈ। ਆਪਣਿਆਂ ਦੀ ਹਮਦਰਦੀ ਦੇ ਬੋਲਾਂ ਨੇ ਉਹਨਾਂ ਦੋਵਾਂ ਨੂੰ ਮੁੜ ਤੋਂ ਇੱਕ ਕਰ ਦਿੱਤਾ। ਇਸ ਕਹਾਣੀ ਰਾਹੀਂ ਲੇਖਕ ਨੇ ਸਰਪੰਚ ਵਰਗੇ ਚੁੱਕ ਚੁਕਾਈ ਕਰਨ ਵਾਲੇ ਲੋਕਾਂ ਤੋਂ ਸਾਵਧਾਨ ਰਹਿਣ ਅਤੇ ਛੋਟੀਆਂ-ਛੋਟੀਆਂ ਗੱਲਾਂ 'ਤੇ ਝਗੜੇ ਕਰਨੇ ਛੱਡ ਕੇ ਪਿਆਰ ਮੁਹੱਬਤ ਨਾਲ ਰਹਿਣ ਦਾ ਸੁਨੇਹਾ ਦਿੱਤਾ ਹੈ। ਕਹਾਣੀ ਮੁਤਾਬਕ ਹੁੰਦਾ ਇਹ ਹੈ ਕਿ ਕਪੂਰ ਸਿੰਘ ਦਾ ਘਰ ਕੱਚਾ ਸੀ। ਪਿਛਲੇ ਸਾਲ ਹੋਈਆਂ ਬਾਰਿਸ਼ਾਂ ਵਿੱਚ ਉਸ ਦਾ ਘਰ ਢੱਠ ਗਿਆ। ਉਸ ਦੀ ਆਰਥਿਕ ਸਥਿਤੀ ਪਹਿਲਾਂ ਹੀ ਬੜੀ ਕਮਜ਼ੋਰ ਸੀ। ਉੱਤੋਂ ਸਰਕਾਰ ਤੋਂ ਵੀ ਕੋਈ ਮਾਲੀ ਸਹਾਇਤਾ ਨਾ ਮਿਲੀ, ਪਰ ਉਸ ਨੇ 10 ਵਿਗੇ ਜ਼ਮੀਨ ਗਹਿਣੇ ਰੱਖ ਕੇ ਆਪਣਾ ਘਰ ਬਣਾਉਣ ਦਾ ਬੰਦੋਬਸਤ ਕਰ ਲਿਆ। ਉਸ ਦੇ ਘਰ ਦੀ ਸੱਜੇ ਪਾਸੇ ਵਾਲੀ ਕੰਧ ਚਾਚੀ ਰਾਮ ਕੌਰ ਹੋਣਾ ਨਾਲ ਸਾਂਝੀ ਸੀ। ਉਸ ਦਾ ਵੀ ਕੁਝ ਹਿੱਸਾ ਡਿੱਗ ਪਿਆ ਸੀ। ਚਾਚੀ ਕੰਧ ਵਿੱਚ ਹਿੱਸਾ ਪਾਉਣ ਲਈ ਸਹਿਮਤ ਹੋ ਗਈ। ਪਿਛਲੇ ਪਾਸੇ ਚੰਨਣ ਸਿੰਘ ਹੋਣਾ ਦੀ ਆਬਾਦੀ ਸੀ। ਉਹਨਾਂ ਨਾਲ ਵੀ ਅੱਧ ਪਾਉਣ ਦੀ ਗੱਲ ਹੋ ਗਈ। ਖੱਬੀ ਬਾਹੀ ਵਾਲੀ ਕੰਧ ਦਰਬਾਰੇ ਉਸ ਦੇ ਚਾਚੇ ਦੇ ਪੁੱਤ ਭਰਾ ਨਾਲ ਸਾਂਝੀ ਸੀ। ਰੇੜਕਾ ਇਸੇ ਕੰਧ ਦਾ ਸੀ। ਉਹ ਕੰਧ ਵਿੱਚ ਹਿੱਸਾ ਪਾਉਣ ਲਈ ਹਾਮੀ ਨਹੀਂ ਸੀ ਭਰਦਾ। ਕਪੂਰ ਸਿੰਘ ਨੇ ਕਈ ਵਾਰ ਉਸ ਨਾਲ ਗੱਲ ਕੀਤੀ, ਪਰ ਉਹ ਟਾਲ ਛੱਡਦਾ। ਇੱਕ ਦਿਨ ਫਿਰ ਉਹ ਉਸ ਕੋਲ ਗਿਆ, ਪਰ ਉਸ ਸਮੇਂ ਉਹ ਸਰਪੰਚ ਹੋਣਾ ਕੋਲ ਬੈਠਾ ਸੀ। ਕਪੂਰ ਸਿੰਘ ਨੇ ਸੋਚਿਆ ਕਿ ਸਾਰਿਆਂ ਵਿੱਚ ਗੱਲ ਹੋ ਜਾਵੇਗੀ, ਸ਼ਾਇਦ ਮਸਲਾ ਹੱਲ ਹੋ ਜਾਵੇਗਾ। ਉਸ ਨੇ ਕੰਧ ਦੀ ਗੱਲ ਛੇੜੀ ਤਾਂ ਉਹ ਨਾ ਮੰਨਿਆ ਕਿ ਉਸਨੂੰ ਅਜੇ ਇਸ ਕੰਧ ਦੀ ਲੋੜ ਨਹੀਂ। ਅਸਲ ਵਿੱਚ ਉਸ ਦੀ ਰਿਹਾਇਸ਼ ਲਈ ਵੱਖਰਾ ਘਰ ਸੀ ਅਤੇ ਇਹ ਕੰਧ ਵਾਲਾ ਥਾਂ ਡੰਗਰ ਬੰਨ੍ਹਣ ਵਾਲਾ ਸੀ। ਕਪੂਰ ਸਿੰਘ ਨੇ ਖਰਚੇ ਦਾ ਵਾਸਤਾ ਪਾਇਆ, ਅੱਧਿਓਂ ਵੱਧ ਖਰਚਾ ਆਪ ਮੰਨਿਆ, ਪਰ ਉਹ ਤਾਂ ਵੀ ਨਾ ਮੰਨਿਆ। ਅਸਲ ਵਿੱਚ ਸਰਪੰਚ ਹੀ ਸੀ ਜੋ ਦਰਬਾਰੇ ਨੂੰ ਚੁੱਕ ਰਿਹਾ ਸੀ, ਤਾਂ ਹੀ ਉਸ ਨੇ ਉਸ ਦੀ ਕਿਸੇ ਵੀ ਸ਼ਰਤ 'ਤੇ ਗੌਰ ਨਾ ਕੀਤਾ। ਫਿਰ ਜਦੋਂ ਕਪੂਰ ਸਿੰਘ ਜ਼ਿਆਦਾ ਹੀ ਨਿਮਰਤਾ ਨਾਲ ਬੋਲਿਆ ਤਾਂ ਉਹ ਕੁਝ ਸੰਭਲ ਗਿਆ, ਪਰ ਫਿਰ ਸਰਪੰਚ ਨੇ ਖੰਗੂਰਾ ਮਾਰਿਆ ਅਤੇ ਦਰਬਾਰਾ ਪਹਿਲਾਂ ਨਾਲੋਂ ਵੀ ਆਕੜ ਗਿਆ। ਇਸ ਗੱਲ ਨੂੰ ਕਪੂਰ ਸਿੰਘ ਚੰਗੀ ਤਰ੍ਹਾਂ ਸਮਝਦਾ ਸੀ, ਪਰ ਦਰਬਾਰਾ ਟਸ ਤੋਂ ਮਸ ਨਾ ਹੋਇਆ। ਸ਼ਰੀਕਾਂ ਵਾਂਗ ਲੜਾਈਆਂ ਵਾਲੀਆਂ ਗੱਲਾਂ ਕਰਨ ਲੱਗਾ, ਪਰ ਕੋਲੋਂ ਹੀ ਲੰਬੜਦਾਰ ਨੇ ਉਹਨਾਂ ਨੂੰ ਰੋਕ ਲਿਆ। ਕਪੂਰ ਸਿੰਘ ਬੜੀ ਦੁਚਿੱਤੀ ਵਿੱਚ ਪੈ ਗਿਆ ਕਿ ਘਰ ਬਣਾਵੇ ਜਾਂ ਨਾ। ਅਖੀਰ ਵਿੱਚ ਉਸਨੇ ਮਕਾਨ ਬਣਾਉਣ ਦਾ ਫੈਸਲਾ ਕਰ ਹੀ ਲਿਆ ਕਿ ਬਾਕੀ ਉਸਾਰੀ ਕਰ ਲਈ ਜਾਵੇ। ਗੱਲ ਜਦੋਂ ਕੰਧ ਉੱਤੇ ਆਵੇਗੀ, ਕੋਈ ਹੱਲ ਨਿਕਲ ਆਵੇਗਾ। ਕੰਮ ਸ਼ੁਰੂ ਹੋ ਗਿਆ। ਛੇਤੀ ਹੀ ਉਸਾਰੀ ਹੋ ਗਈ। ਹੁਣ ਕੰਧ ਦੀ ਵਾਰੀ ਆ ਗਈ।
ਦਰਬਾਰਾ ਅਜੇ ਵੀ ਉਸੇ ਤਰ੍ਹਾਂ ਹੀ ਆਕੜਿਆ ਪਿਆ ਸੀ। ਕੋਈ ਵਾਹ ਪੇਸ਼ ਨਾ ਚੱਲੀ ਤਾਂ ਕਪੂਰ ਸਿੰਘ ਨੇ ਕੁਝ ਸਿਆਣੇ ਬੰਦਿਆਂ ਦਾ ਇਕੱਠ ਕਰ ਲਿਆ। ਪੰਚਾਇਤ ਨੇ ਦਰਬਾਰੇ ਨੂੰ ਵੀ ਸੱਦਿਆ ਅਤੇ ਕੰਧ ਰੱਖਣ ਲਈ ਕਿਹਾ। ਉਸਨੇ ਫਿਰ ਉਹ ਕਿਹਾ। ਅਖੀਰ ਪੰਚਾਇਤ ਨੇ ਫੈਸਲਾ ਕੀਤਾ। ਇੱਟਾਂ ਅਤੇ ਹੋਰ ਸਮਾਨ ਦਾ ਅੱਧ ਕੀਤਾ। ਮਜ਼ਦੂਰੀ ਛੱਡੀ ਅਤੇ ਰਿਆਇਤ ਵਜੋਂ ਰਕਮ 2 ਲੰਮੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ। ਉਸਨੂੰ ਇਹ ਫੈਸਲਾ ਮੰਨਣਾ ਪਿਆ। ਅਗਲੇ ਦਿਨ ਪੰਚਾਇਤ ਦੇ 4 ਆਦਮੀ ਆਏ ਅਤੇ ਕੰਧ ਢਾਹ ਕੇ ਨੀਂਹ ਪੁਟਾਉਣ ਲੱਗੇ। ਆਂਢ ਗੁਆਂਢ ਦੇ ਸਾਰੇ ਲੋਕ ਇਕੱਠੇ ਹੋਏ ਸਨ। ਇੱਕ ਪਾਸਿਓਂ ਸਰਪੰਚ ਨੇ ਰੱਸੀ ਫੜੀ ਸੀ ਅਤੇ ਦੂਜੇ ਪਾਸਿਓਂ ਨਾਹਰ ਸਿੰਘ ਨੇ। ਪਹਿਲਾਂ ਤਾਂ ਸਰਪੰਚ ਨੇ ਰੱਸੀ ਟੇਢੀ ਰੱਖੀ ਹੋਈ ਸੀ, ਫਿਰ ਰੌਲਾ ਪਾਇਆ ਅਤੇ ਉਸਨੇ ਰੱਸੀ ਸਿੱਧੀ ਕਰ ਦਿੱਤੀ। ਫਿਰ ਦਰਬਾਰੇ ਨੇ ਰੌਲਾ ਪਾ ਦਿੱਤਾ। ਕਪੂਰ ਸਿੰਘ ਵੀ ਬੋਲਦਾ ਰਿਹਾ ਅਤੇ ਫਿਰ ਦਰਬਾਰੇ ਨੇ ਗਾਲ ਕੱਢ ਦਿੱਤੀ। ਗਾਲ ਸੁਣਦਿਆਂ ਹੀ ਕਪੂਰ ਸਿੰਘ ਨੂੰ ਗੁੱਸਾ ਚੜ੍ਹ ਗਿਆ ਅਤੇ ਬੋਲ ਬੁਲਾਰਾ ਸ਼ੁਰੂ ਹੋ ਗਿਆ। ਕੋਈ ਗੰਡਾਸੀ, ਕੋਈ ਕੰਧਾਲੀ ਲੈ ਆਇਆ। ਗਾਲਾਂ, ਲੜਾਈ, ਸੱਟਾਂ, ਖੂਨ ਖਰਾਬਾ ਹੋ ਗਿਆ। ਕੁਝ ਦਿਨ ਪਾ ਕੇ ਕੰਧ ਤਾਂ ਉਸੇ ਤਰ੍ਹਾਂ ਹੀ ਬਣ ਗਈ ਜਿਹੋ ਜਿਹੀ ਚਾਹੀਦੀ ਸੀ, ਪਰ ਦੋਵਾਂ ਪਰਿਵਾਰਾਂ ਵਿੱਚ ਵੀ ਫੁੱਟ ਪੈ ਗਈ। ਬੋਲਚਾਲ ਬੰਦ ਹੋ ਗਈ। ਪੁਸ਼ਤਾਂ ਦਾ ਵੈਰ ਖੜ੍ਹਾ ਹੋ ਗਿਆ। ਲਗਭਗ ਸਾਲ ਬੀਤ ਗਿਆ। ਲਿਖਤ ਮੁਤਾਬਕ ਦਰਬਾਰੇ ਨੇ ਨਾ ਨਿਮਾਣੀ ਨੂੰ ਪੈਸੇ ਦਿੱਤੇ, ਨਾ ਲੋਹੜੀ ਨੂੰ। ਉਹ ਪੰਚਾਇਤ ਨੂੰ ਕਹਿਣ ਹੀ ਵਾਲਾ ਸੀ ਕਿ ਇੱਕ ਦਿਨ ਸਵੇਰੇ ਉਸਦੀ ਚਾਚੀ ਰਾਮ ਕੌਰ ਨੇ ਆ ਕੇ ਦੱਸਿਆ ਕਿ ਦਰਬਾਰਾ ਬਹੁਤ ਬਿਮਾਰ ਹੈ। ਉਸਨੂੰ ਨਮੂਨੀਆ ਹੋ ਗਿਆ ਏ ਅਤੇ ਪੈਸਿਆਂ ਦੀ ਤੰਗੀ ਕਾਰਨ ਇਲਾਜ ਵੀ ਨਹੀਂ ਕਰਵਾ ਸਕਦਾ। ਇਹ ਸੁਣ ਕੇ ਕਪੂਰ ਸਿੰਘ ਤੋਂ ਰਿਹਾ ਨਾ ਗਿਆ ਅਤੇ ਉਹ ਉਸੇ ਵੇਲੇ ਉਸਦਾ ਹਾਲ ਚਾਲ ਪੁੱਛਣ ਲਈ ਚਲਾ ਗਿਆ। ਚਾਚੀ ਦੇ ਦੱਸਦਿਆਂ ਹੀ ਉਹ ਦਰਬਾਰੇ ਦੇ ਘਰ ਚਲਾ ਗਿਆ। ਉਹ ਦਰਬਾਰੇ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਿਆ। ਸਰੀਰ ਪਿੰਜਰ ਬਣ ਗਿਆ, ਰੰਗ ਕਾਲਾ ਅਤੇ ਅੱਖਾਂ ਵੀ ਧਸੀਆਂ ਹੋਈਆਂ ਸਨ। ਉਹ ਮੰਜੀ ਦੀ ਬਾਹੀ 'ਤੇ ਹੀ ਬੈਠ ਗਿਆ। ਪੁੱਛਣ 'ਤੇ ਪਤਾ ਲੱਗਾ ਕਿ ਉਸ ਨੇ ਕਿਸੇ ਡਾਕਟਰ ਤੋਂ ਇਲਾਜ ਨਹੀਂ ਕਰਵਾਇਆ ਕਿਉਂਕਿ ਪੈਸਿਆਂ ਦੀ ਤੰਗੀ ਸੀ। ਤਾਂ ਕਪੂਰ ਸਿੰਘ ਨੇ 10 ਰੁਪਏ ਉਹਦੀ ਜੇਬ ਵਿੱਚ ਪਾਏ ਅਤੇ ਕਿਹਾ ਕਿ ਉਹ ਮੰਡੀ ਜਾ ਕੇ ਡਾਕਟਰ ਭੇਜੇਗਾ। ਦਰਬਾਰੇ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਬਾਈ। ਕੰਧ ਵਾਲੇ ਤਾਂ ਕਪੂਰ ਸਿੰਘ ਨੇ ਕਿਹਾ ਕਿ ਤੂੰ ਹਾਲੇ ਤਕੜਾ ਹੋ, ਦਿੰਦਾ ਰਹੀ ਪੈਸੇ। ਪੈਸਿਆਂ ਦਾ ਕੀ ਹੈ? ਦਰਬਾਰੇ ਦੀਆਂ ਅੱਖਾਂ ਵਿੱਚ ਹੱਥਰੂ ਆ ਗਏ। ਫਿਰ ਉਸਨੇ ਭਰੇ ਮਨ ਨਾਲ ਮਕਾਨ ਬਾਰੇ ਪੁੱਛਿਆ। ਉਹ ਕਹਿਣ ਲੱਗਾ, ਮੈਨੂੰ ਤਾਂ ਸਰਪੰਚ ਭਖਾਉਂਦਾ ਰਿਹਾ, ਨਹੀਂ ਤਾਂ ਮੈਂ ਕਿਹੜਾ ਤੇਰਾ ਦੁਖੀ ਸੀ। ਦਰਬਾਰੇ ਨੇ ਉਸ ਨੂੰ ਹੌਸਲਾ ਦਿੱਤਾ। ਫਿਰ ਦਰਬਾਰੇ ਨੇ ਆਪਣੀ ਧੀ ਬੰਸੋ ਦੇ ਵਿਆਹ ਦੀ ਗੱਲ ਕੀਤੀ ਕਿ ਹਾੜ ਵਿੱਚ ਵਿਆਹ ਦੇ ਦੇਈਏ ਤਾਂ ਕਪੂਰ ਸਿੰਘ ਨੇ ਹਾਂ ਮਿਲਾਈ। ਉਹਨਾਂ ਵਿੱਚ ਆਪਣੱਤ ਜਾਗ ਪਈ। ਉਸਨੇ ਉਸ ਨੂੰ ਵਿਆਹ 'ਤੇ ਆਉਣ ਲਈ ਪੁੱਛਿਆ। ਉਸਨੇ ਵੀ ਹਾਂ ਕਰ ਦਿੱਤੀ। ਦੋਵੇਂ ਇੱਕ ਦੂਜੇ ਦੇ ਹਮਦਰਦ ਬਣ ਗਏ। ਦੋਹਾਂ ਦੀਆਂ ਅੱਖਾਂ ਵਿੱਚੋਂ ਅੱਥਰੂਆਂ ਨੇ ਝੜੀ ਲਾ ਦਿੱਤੀ।